सरपंच दी ਇਹ ਸੀ वर्डिंग, ਇਹ ਕੰਮ नहीं रुकेगा, ਇਹ ਕੰਮ ਚੱਲੇਗਾ। ਤਾਂ ਉਹਨਾਂ ਨੇ ਪੰਚਾਇਤ ਨਾਲ ਗੱਲ ਕੀਤੀ ਵੀ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ। ਕੀ ਕਾਰਨ ਹੈ ਕਿ ਸਰਪੰਚ ਇਸ ਗੱਲ ਤੇ ਅੜਿਆ ਹੋਇਆ? 30 ਲੱਖ ਰੁਪਏ ਦੇ ਕਰੀਬ ਦਿੱਤੀ ਗ੍ਰਾਂਟ। ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਡੀਸੀ ਬਾਦਲ ਦਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਡੀਸੀ ਬਾਦਲ ਦਾ ਆਪਣੇ ਆਪੇ ਲੈਣੇ ਕੋ ਜਾਂਦੇ ਆਪ ਨੂੰ ਡੀਸੀ ਤੋਂ ਵੱਧ ਪਾਵਰ ਵਾਲਾ ਸਮਝਦਾ ਹੈ। ਠੇਠ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਸੂਬੇ ਦੇ ਅੰਦਰ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਹਰ ਵਰਗ ਜਿਹੜਾ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਿਹਾ ਹੈ, ਉੱਥੇ ਹੀ ਆਂਗਣਵਾੜੀ ਵਰਕਰ ਯੂਨੀਅਨ ਵਾਲੇ ਜਿਹੜੇ ਵਰਕਰ ਨੇ, ਹੈਲਪਰ ਨੇ, ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੜਾਈ ਲੜ ਰਹੇ ਨੇ। ਅੱਜ ਡੀਸੀ ਦਫ਼ਤਰ ਦੇ ਸਾਹਮਣੇ ਆਂਗਣਵਾੜੀ ਵਰਕਰਾਂ, ਹੈਲਪਰਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਹ ਜਿਹੜਾ ਮੁੱਦਾ ਹੈ ਇੱਕ ਅਹਿਮ ਮੁੱਦਾ ਹੈ ਔਰ ਖ਼ਾਸ ਤੌਰ ਤੇ ਉਹਨਾਂ ਨੰਨੇ ਮੁੰਨੇ ਬੱਚਿਆਂ ਦੀ ਜਾਨ ਦੀ, ਮਾਲ ਦੀ ਰਾਖੀ ਕਰਨ ਦਾ ਮੁੱਦਾ ਹੈ ਕਿ ਇੱਕ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਟਾਹਲੀਵਾਲਾ ਬੋਦਲਾ ਦਾ ਜਿਹੜਾ ਇੱਕ ਆਂਗਣਵਾੜੀ ਸੈਂਟਰ ਹੈ, ਉਹ ਜਿਹੜਾ ਇੱਕ ਉਸ ਤਰ੍ਹਾਂ ਦੀ ਜਗ੍ਹਾ ਤੇ ਬਣਾਇਆ ਜਾ ਰਿਹਾ ਹੈ ਜਿੱਥੇ ਕਿ ਬੱਚੇ ਕਿਸੇ ਵੀ ਕੀਮਤ ਤੇ ਸੁਰੱਖਿਅਤ ਨਹੀਂ ਰਹਿ ਸਕਦੇ। ਆਂਗਣਵਾੜੀ ਵਰਕਰਾਂ ਜਿਨ੍ਹਾਂ ਨੇ ਕਿ ਗਰਭਵਤੀ ਔਰਤਾਂ, ਬੱਚਿਆਂ ਦੀ ਪਰਵਰਿਸ਼ ਵਾਸਤੇ ਉਹਨਾਂ ਦੀ ਦੇਖਭਾਲ ਕਰਨੀ ਹੁੰਦੀ, ਉਹਨਾਂ ਲਈ ਇੱਕ ਅਹਿਮ ਰੋਲ ਅਦਾ ਕਰਨਾ ਹੁੰਦਾ ਹੈ, ਪਰੰਤੂ ਜੇਕਰ ਬੱਚਿਆਂ ਲਈ ਰਹਿਣ ਵਾਲਾ ਸੈਂਟਰ ਜਿਹੜਾ ਹੈ ਉਹ ਸੁਰੱਖਿਅਤ ਨਾ ਹੋਏਗਾ ਤਾਂ ਕਿਤੇ ਨਾ ਕਿਤੇ ਉਹ ਸਵਾਲ ਪੈਦਾ ਹੁੰਦੇ ਨੇ। ਇਹ ਕਿਸ ਤਰ੍ਹਾਂ ਦਾ ਮਾਮਲਾ ਇਹਨਾਂ ਦਾ ਜਾਣਨਾ ਚਾਹਾਂਗੇ। ਆਂਗਣਵਾੜੀ ਸੈਂਟਰ ਪਿੰਡ ਟਾਹਲੀਵਾਲਾ ਬੋਦਲਾ ਤੋਂ ਜਿਹੜੇ ਵਰਕਰ ਨੇ ਉਹ ਸਾਡੇ ਵਿੱਚ ਸ਼ਾਮਲ ਨੇ, ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਪੂਰਾ ਮਾਮਲਾ ਕੀ ਹੈ। हाँ जी, मैं नीलम रानी आंगनवाड़ी वर्कर पिंड टाहलीवाला बोदला। उत्थे एक आंगनवाड़ी सेंटर, 2 सेंटरां दी बिल्डिंग बन रही है। जदों सानू पता चलिया भी ये बिल्डिंग बन रही है, ਅਸੀਂ ਪੰਚਾਇਤ ਨੂੰ ਮਨਾ ਕੀਤਾ ਵੀ ਉੱਥੇ ਬਿਲਡਿੰਗ ਸਹੀ ਨਹੀਂ ਹੈ, ਉੱਥੇ ਰੋਕਿਆ ਜਾਵੇ, ਪਰ ਪੰਚਾਇਤ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਅਸੀਂ ਫਿਰ ਡੀਸੀ ਆਫਿਸ ਆ ਕੇ ਬੇਨਤੀ ਪੱਤਰ ਦਿੱਤਾ ਵੀ ਇਹ ਉਸਾਰੀ ਬੰਦ ਕੀਤੀ ਜਾਵੇ, ਅਸੀਂ ਇਹ ਕੰਮ ਨਹੀਂ ਕਰਨ ਦੇਣਾ। ਇੱਕ ਵਾਰ ਤਾਂ ਕੰਮ ਰੋਕ ਦਿੱਤਾ ਗਿਆ, ਪਰ ਕੁਝ ਦਿਨਾਂ ਬਾਅਦ ਫਿਰ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਸਰਪੰਚ ਦੀ ਇਹ ਸੀ वर्डिंग, ਇਹ ਕੰਮ ਨਹੀਂ ਰੁਕੇਗਾ, ਇਹ ਕੰਮ ਚੱਲੇਗਾ। ਫਿਰ ਸਾਨੂੰ ਉੱਥੇ ਧਰਨਾ ਲਾਣਾ ਪਿਆ, ਇਸ ਕਰਕੇ ਅਸੀਂ ਕੰਮ ਬੰਦ ਕਰਵਾਇਆ। ਜਿਹੜਾ ਇਹ ਸੈਂਟਰ ਹੈ ਤੁਸੀਂ ਕਿਉਂ ਚਾਹੁੰਦੇ ਹੋ ਕਿ ਉੱਥੇ ਨਾ ਬਣੇ, ਸਰਪੰਚ ਚਾਹੁੰਦਾ ਉੱਥੇ ਬਣੇ, ਕੀ ਕਾਰਨ ਹੈ? ਸਰ ਇੱਥੇ ਹੈੱਡ ਸਰਕਲ ਹੈ ਤੇ ਬੱਸ ਸਟੈਂਡ ਦੇ ਨੇੜੇ ਹੈ, ਇੱਥੇ ਹਰ ਸੁਵਿਧਾ ਹੈ ਜੋ ਸੈਂਟਰ ਵਿੱਚ ਹੋਣੀ ਚਾਹੀਦੀ। ਆਂਗਨਵਾੜੀ ਸੈਂਟਰ ਵਿੱਚ ਨਹੀਂ, ਜਿਹੜਾ ਸੈਂਟਰ ਉੱਥੇ ਬਣਾਇਆ ਜਾ ਰਿਹਾ ਉਹਦੇ ਵਿੱਚ ਕੀ ਕਮੀ ਹੈ? ਹਾਂਜੀ ਸਰ, ਉਹ ਨਹਿਰ ਦੇ ਨੇੜੇ ਹੈ, ਛੱਪੜ ਵੀ ਨੇੜੇ ਹੈ, ਉਸ ਦੇ ਨੇੜੇ ਕੋਈ ਆਬਾਦੀ ਨਹੀਂ ਹੈ। ਸਾਰੀ ਆਬਾਦੀ ਸਾਡੀ ਜਿੱਥੇ ਸੈਂਟਰ ਪਹਿਲਾਂ ਚੱਲ ਰਿਹਾ ਹੈ ਉੱਥੇ ਹੀ ਹੈ। ਛੱਪੜ ਦੇ ਨੇੜੇ ਹੈ, ਸੇਮ ਨਾਲੇ ਦੇ ਨੇੜੇ, ਇਸ ਕਰਕੇ ਕਾਰਨ ਸਾਡੇ ਨਾਲ ਰੇਸ਼ਮਾ ਰਾਣੀ ਜਿਹੜੇ ਕਿ ਆਗੂ ਨੇ ਆਂਗਣਵਾੜੀ ਵਰਕਰ ਯੂਨੀਅਨ ਦੇ, ਉਹ ਵੀ ਇਸ ਧਰਨੇ ਦੀ ਅਗਵਾਈ ਕਰ ਰਹੇ। ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹ ਅੱਜ ਕੀ ਕਹਿਣਾ ਚਾਹੁੰਦੇ ਨੇ, ਉਹ ਕੀ ਮੰਗ ਪੱਤਰ ਕਿਹਨਾਂ ਨੂੰ ਦੇਣਾ ਚਾਹੁੰਦੇ ਨੇ। ਅਸੀਂ ਜਿਹੜਾ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਾਂ। ਔਰ ਪਹਿਲਾਂ ਵੀ ਅਸੀਂ 7 ਤਰੀਕ ਨੂੰ 6ਵੇਂ ਮਹੀਨੇ ਦੀ ਜੂਨ ਦੇ 7 ਤਰੀਕ ਨੂੰ ਅਸੀਂ ਧਿਆਨ 'ਚ ਲਿਆਂਦਾ ਸੀਗਾ ਜੀਏ ਸਾਹਿਬ ਦੇ ਔਰ ਡਿਵੈਲਪਮੈਂਟ DCD ਦੇ, ਤਾਂ ਉਹਨਾਂ ਨੇ ਤੁਰੰਤ ਇਸ ਕੰਮ ਨੂੰ ਰੋਕਿਆ। ਜਦੋਂ ਕਿ ਉਸਾਰੀ 25 ਦਿਨ ਰੁਕੀ ਰਹੀ ਹੈ ਤੇ 25 ਦਿਨਾਂ ਬਾਅਦ ਜਿਹੜਾ ਐਤਵਾਰ ਦੇ ਦਿਨ ਜਿਹੜਾ ਸਰਪੰਚ ਨੇ ਸ਼ਾਮ ਨੂੰ 4:30 ਵਜੇ ਉਸਾਰੀ ਫਿਰ ਸ਼ੁਰੂ ਕਰ ਦਿੱਤੀ, ਤਾਂ ਸਾਡਾ ਸਮੂਹ ਯੂਨੀਅਨ ਦੇ ਧਿਆਨ ਵਿੱਚ ਆਇਆ। ਤਾਂ ਅਸੀਂ ਉੱਥੇ ਪਹੁੰਚੇ ਤਾਂ ਸਰਪੰਚ ਨੂੰ ਅਸੀਂ ਕਿਹਾ ਤਾਂ ਉਹ ਕਹਿੰਦਾ ਮੈਂ ਇੱਥੇ ਐਵੇਂ ਹੀ ਕੰਮ ਚਲਾਵਾਂਗਾ, ਜਿੱਦਾਂ ਤੁਹਾਡੇ ਕੋਲ ਜ਼ੋਰ ਹੈ ਲਗਾ ਕੇ ਦੇਖ ਲਓ। ਫਿਰ ਅਸੀਂ ਮੌਜੂਦਾ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਨੇ ਸੀ ਉਹਨਾਂ ਨਾਲ ਸੰਪਰਕ ਕੀਤਾ, ਤਾਂ ਉਹਨਾਂ ਨੇ ਪੰਚਾਇਤ ਨਾਲ ਗੱਲ ਕੀਤੀ ਵੀ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ, ਇਹਦੀ ਲੋਕੇਸ਼ਨ ਚੇਂਜ ਨਹੀਂ ਹੁੰਦੀ, ਤਦ ਤੱਕ ਇਹ ਆਂਗਣਵਾੜੀ ਸੈਂਟਰ ਦੀ ਜਿਹੜੀ ਬਿਲਡਿੰਗ ਬੰਦ ਕੀਤੀ ਜਾਵੇ। ਉੱਥੇ ਜਿਹੜੇ ਹਾਲਾਤ ਬਹੁਤ ਖਰਾਬ ਨੇ, ਜੰਗਲ ਵਰਗਾ ਰਾਜ ਹੈ ਜੀ। 40 ਫੁੱਟ ਦੀ ਦੂਰੀ ਸਿਰਫ ਨਹਿਰ ਦੀ ਹੈ ਔਰ 10 ਫੁੱਟ ਦੀ ਦੂਰੀ ਤੇ ਜਿਹੜਾ ਸੇਮ ਨਾਲਾ ਉੱਥੋਂ ਲੰਘਦਾ ਹੈ। ਤੇ ਉੱਥੇ ਜਿਹੜੀ ਪਹਿਲਾਂ ਵੀ ਇੱਕ ਬਿਲਡਿੰਗ ਬਣਾਈ ਗਈ ਸੀ ਉਹ ਖੰਡਰ ਬਣ ਚੁੱਕੀ। ਉਸ ਬਿਲਡਿੰਗ ਦੇ ਵਿੱਚ ਕੋਈ ਵੀ ਨਹੀਂ ਚੱਲ ਰਿਹਾ, ਕੋਈ ਆਫਿਸ ਨਹੀਂ ਚੱਲ ਰਿਹਾ, ਕੋਈ ਸਕੂਲ ਨਹੀਂ। ਔਰ ਇਹ ਜਿਹੜੀ ਬਿਲਡਿੰਗ ਬਣਾਈ ਜਾ ਰਹੀ ਹੈ, ਇਹ ਪਿੰਡ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਹੈ। ਉੱਥੇ ਕੋਈ ਵੀ ਆਬਾਦੀ ਨਹੀਂ ਹੈ। ਉੱਥੇ ਕਿਵੇਂ ਇੱਕ ਗਰਭਵਤੀ ਔਰਤ ਕਿਵੇਂ ਜਾ ਸਕਦੀ ਲਾਭ ਲੈਣ ਵਾਸਤੇ, ਛੋਟਾ ਬੱਚਾ ਕਿਵੇਂ ਜਾ ਸਕਦਾ ਹੈ? ਔਰ ਤੁਸੀਂ ਇਹ ਦੱਸੋ ਕਿ ਜਿਹੜੇ ਅਸੀਂ ਪੈਨਸ਼ਨਾਂ ਦਾ ਕੰਮ ਕਰਨੇ ਆ, ਬੁਢਾਪਾ, ਵਿਧਵਾ ਪੈਨਸ਼ਨ, ਉਹ ਲੋਕ ਉੱਥੇ ਕੋਈ ਵੀ ਲਾਭਪਾਤਰੀ ਨਹੀਂ ਪਹੁੰਚ ਸਕੇਗਾ। ਇੱਥੋਂ ਤੱਕ ਕਿ ਉੱਥੇ ਜੂਵੇ ਘਰ ਦਾ ਅੱਡਾ ਹੈ। ਉੱਥੇ ਸਾਰੇ ਲੋਕ ਜਿਹੜੇ ਹੈਗੇ ਨੇ, ਜਿਹੜੇ ਵਿਹਲੜ ਹੁੰਦੇ ਨੇ, ਨਸ਼ੇੜੀ ਲੋਕ ਉੱਥੇ ਬੈਠਦੇ ਨੇ, ਸ਼ਰਾਬਾਂ ਪੀਂਦੇ ਨੇ ਔਰ ਜੂਆ ਖੇਡਦੇ ਨੇ। ਉੱਥੇ ਇਹੀ ਧੰਦਾ ਹੈ। ਉੱਥੇ ਇੱਕ ਆਂਗਣਵਾੜੀ ਵਰਕਰ ਜਾਂ ਹੈਲਪਰ ਵੀ ਸੇਫ ਨਹੀਂ ਹੈਗੀ। ਉੱਥੇ ਆਪਣੇ ਆਪ ਨੂੰ ਹੀ ਡਰ ਹੈ ਵੀ ਕਿਤੇ ਮੈਨੂੰ ਖਤਮ ਹੀ ਨਾ ਕਰ ਜਾਣ, ਇਹੋ ਜਿਹੇ ਲੋਕ ਉੱਥੇ ਬੈਠਦੇ ਨੇ। ਕੀ ਕਾਰਨ ਹੈ ਕਿ ਸਰਪੰਚ ਇਸ ਗੱਲ ਤੇ ਅੜਿਆ ਹੋਇਆ, ਪੰਚਾਇਤ ਅੜੀ ਹੋਈ ਕਿ ਇੱਥੇ ਸੈਂਟਰ ਬਣਨਾ ਚਾਹੀਦਾ? ਚੱਕਰ ਇਹ ਜੀ, ਉਹਨਾਂ ਬਿਨਾਂ ਕਿਸੇ ਨਾਲ ਗੱਲਬਾਤ ਕੀਤੀ, ਸਾਡੇ ਮਹਿਕਮੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਤਾਂ ਉਹ ਜਿਹੜੀ ਇਹ ਲੋਕੇਸ਼ਨ ਲੈ ਚੁੱਕੇ ਨੇ
ਮਹਿਕਮੇ ਤੋਂ ਵੀ ਸਾਨੂੰ ਅਸੀਂ ਇੱਥੇ ਹੀ ਬਿਲਡਿੰਗ ਬਣਾਉਣੀ ਹੈ, ਇਹਨਾਂ ਨੂੰ ਉੱਥੇ ਬਿਲਡਿੰਗ ਬਣਾਉਣ ਦਾ ਇਹ ਹੈ ਵੀ ਉਹ ਖੰਡਰ ਹੋ ਜਾਊਗੀ, ਥੋੜੇ ਬਹੁਤੇ ਪੈਸੇ ਲਾਵਾਂਗੇ, ਬਾਕੀ ਸਾਰੇ ਹਜਮ ਕਰ ਜਾਵਾਂਗੇ। ਜਦੋਂ ਕਿ ਗ੍ਰਾਂਟ ਜਿਹੜੀ ਸੈਂਟਰ ਸਰਕਾਰ ਨੇ 35 ਲੱਖ ਰੁਪਏ ਦੇ ਕਰੀਬ ਦਿੱਤੀ ਗ੍ਰਾਂਟ, ਤੇ ਉਹ ਕਹਿੰਦੇ ਨੇ ਅਸੀਂ ਕਿੱਥੇ ਜਾਵਾਂਗੇ, ਅਸੀਂ ਭੁੱਖੇ ਮਰਾਂਗੇ। ਸਰਪੰਚ ਦੀ ਇਹ ਬਿਲਡਿੰਗ ਸੀਗੀ, ਮੈਂ ਕਿਹਾ ਤੁਸੀਂ ਇਹ ਬਿਲਡਿੰਗ ਬੰਦ ਕਰ ਦਿਓ, ਕਹਿੰਦੇ ਅਸੀਂ ਭੁੱਖੇ ਮਰਨਾ ਹੈ ਬਿਲਡਿੰਗ ਬੰਦ ਕਰਕੇ। ਤੇ ਸਾਡੇ ਮਨ ਦੇ ਵਿੱਚ ਇਹ ਹੈ ਕਿ ਜਿਹੜੀ ਸਰਕਾਰ ਦੇ ਪੈਸਾ ਇਹਨੂੰ ਦੁਰਵਰਤੋਂ ਕਰਨਾ ਚਾਹੁੰਦੇ ਨੇ ਔਰ ਆਪ ਮਿਲੀ ਭੁਗਤ ਕਰਕੇ ਅਫਸਰਾਂ ਨਾਲ ਹੜੱਪਣਾ ਚਾਹੁੰਦੇ ਨੇ। ਅਸੀਂ ਤੇ ਇਹੀ ਕਵਾਂਗੇ ਜੀ ਇਸ ਦੇ ਵਿੱਚ ਜਿਹੜੇ ਮਾਸੂਮ ਬੱਚਿਆਂ ਦਾ ਧਿਆਨ ਰੱਖਣ ਦੀ ਬਜਾਏ ਜਿਹੜਾ ਬਿਲਡਿੰਗ ਨੂੰ ਬਣਾਉਣ ਦਾ ਇੱਕ ਸਰਪੰਚ ਦਾ ਰਵੱਈਆ ਹੈ, ਉਹਦੇ ਬਾਰੇ ਦੱਸਿਆ ਹੈ ਪ੍ਰਧਾਨ ਜੀ ਨੇ। ਸਾਡੇ ਨਾਲ ਹੋਰ ਆਂਗਣਵਾੜੀ ਆਗੂ ਮੌਜੂਦ ਨੇ, ਉਹਨਾਂ ਤੋਂ ਜਾਣਨਾ ਚਾਹਾਂਗੇ ਉਹਨਾਂ ਦਾ ਕੀ ਕਹਿਣਾ। ਵੀਰ ਜੀ ਕਹਿਣਾ ਤਾਂ ਇਹ ਹੀ ਹੈ ਵੀ ਜਿੱਥੇ ਸਾਡਾ ਮੇਨ ਹੈੱਡ ਸਰਕਲ ਹੈ ਜੀ, ਸਾਡਾ ਇੱਕ ਸਰਕਲ ਬਣਾਇਆ ਜਾਂਦਾ ਵੀ 30-35 ਕਰੀਬ ਆਂਗਣਵਾੜੀ ਸੈਂਟਰਾਂ ਦਾ, ਉੱਥੇ ਹਰ ਮੰਥਲੀ ਸਾਡੀ ਰਿਪੋਰਟ ਹੁੰਦੀ ਹੈ। 30-35 ਆਂਗਣਵਾੜੀ ਵਰਕਰਾਂ ਸਾਡੀਆਂ ਉੱਥੇ ਇਕੱਠੀਆਂ ਹੁੰਦੀਆਂ ਮੌਜੂਦਾ। ਉੱਥੇ ਸਾਡੇ ਮਹੀਨੇ ਦਾ ਜੋ ਵੀ ਅਸੀਂ ਆਪਦਾ ਰਿਪੋਰਟ ਵਗੈਰਾ ਸਾਰਾ ਕੁਝ ਦੇਣਾ ਹੁੰਦਾ ਹੈ। ਉੱਥੇ ਜੋ ਵੀ ਸਾਡਾ ਕੰਮ ਕਾਰ ਵਗੈਰਾ ਅਸੀਂ ਕਰਾਂ, ਤੇ ਇਹ ਜਿਹੜਾ 2 ਕਿਲੋਮੀਟਰ ਦੂਰ ਤੇ ਬਣ ਰਿਹਾ ਉਸ ਸਾਈਡ ਤੇ ਇਸ ਆਂਗਣਵਾੜੀ ਦੀ ਕੋਈ ਵਸੋਂ ਵੀ ਹੈ ਨਹੀਂ। ਬੱਚੇ ਜਾਣਗੇ ਕਿੱਥੇ? ਤੁਹਾਨੂੰ ਆਪ ਨੂੰ ਪਤਾ ਜੀ, ਆਪਾਂ ਮਾਡਲ ਸਕੂਲਾਂ 'ਚ ਹੀ ਬੱਚੇ ਭੇਜਣੇ, ਤਾਂ ਕਹਿੰਦੇ ਉੱਥੇ ਭੇਜੇ ਜਿੱਥੇ ਸੇਫ ਹੋਣ। ਤੇ 2 ਕਿਲੋਮੀਟਰ ਦੇ ਵਿੱਚ 2 ਸਾਲ ਤੋਂ ਲੈ ਕੇ 5 ਸਾਲ ਦਾ 3 ਤੋਂ 5 ਸਾਲ ਦਾ ਬੱਚਾ ਕਿਵੇਂ ਜਾਏਗਾ ਜੀ ਪੈਦਲ? ਤੇ ਇੱਕ ਸਾਡੇ ਆਂਗਣਵਾੜੀ ਵਿੱਚ ਤੁਹਾਨੂੰ ਪਤਾ ਜੀ ਫੀਡ ਆਉਂਦੀ ਹੈ, ਕਣਕ ਚੌਲ ਜੋ ਵਗੈਰਾ ਹੁੰਦਾ ਹੈ, ਸਿਲੰਡਰ। ਅੱਗੇ ਵੀ ਕਾਫੀ ਸੈਂਟਰਾਂ ਦੀ ਚੋਰੀਆਂ ਹੁੰਦੀਆਂ ਨੇ। ਉਸ ਜਗ੍ਹਾ ਤੇ ਸਾਡਾ ਜੋ ਕਿਚਨ ਹੁੰਦਾ ਉਹਦੇ ਵਿੱਚ ਸਾਡੇ ਆਂਗਣਵਾੜੀ ਦਾ ਸਮਾਨ ਹੁੰਦਾ। ਜੇ ਉਹ ਕੱਲ ਨੂੰ ਉਸ ਰੱਖਤ ਨੇ ਕੋਈ ਚੋਰ ਚੁੱਕੇਗਾ, ਕੁਛ ਕਰੇਗਾ, ਉਹਦੀ ਜ਼ਿੰਮੇਵਾਰੀ ਕੌਣ ਦੇਵੇਗਾ? ਤੇ ਬੱਚਿਆਂ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਜੀ, ਉਹਦਾ ਜ਼ਿੰਮੇਵਾਰ ਕੌਣ ਹੋਵੇਗਾ? ਕੀ ਤੁਹਾਡੀ ਮੰਗ ਹੈ ਹੁਣ? ਸਾਡੀ ਮੰਗ ਇਹ ਹੈ ਵੀ ਇਹ ਬਿਲਡਿੰਗ ਜੋ ਸਰਪੰਚ ਨਾਲ ਗੱਲ ਹੋਈ ਸੀ, ਕਹਿੰਦੇ ਵੀ ਮੈਂ ਜੋ ਕੰਮ ਕਰ ਚੁੱਕਿਆ ਤਾਂ ਮੈਨੂੰ ਘਾਟਾ ਹੈ ਪੈਸਾ ਕਿਤੇ। ਅਸੀਂ ਤੇ ਕਹਿੰਦੇ ਘਾਟਾ ਪਵੇ ਕੁਛ ਹੋਵੇ, ਕਿਉਂਕਿ ਸਰਪੰਚ ਨੂੰ ਪਹਿਲੇ ਕਿਹਾ ਸੀ ਵੀ ਨਾ ਇਹ ਤੇ ਕਰੋ, ਨਾ ਸ਼ੁਰੂ ਕਰਦੇ ਕੰਮ। ਸਾਡੀ ਮੰਗ ਤੇ ਇਹੀ ਹੈ ਵੀ ਜੋ ਆਪਣੇ ਟਾਲੀ ਵਾਲੇ ਬੱਸ ਸਟੈਂਡ ਦੇ ਬੈਕ ਸਾਈਡ ਤੇ ਜਿੱਥੇ ਪਹਿਲੇ ਆਂਗਣਵਾੜੀ ਸੈਂਟਰ ਚੱਲ ਰਹੇ ਨੇ, ਉੱਥੇ ਪੰਚਾਇਤੀ ਜਗ੍ਹਾ ਬਹੁਤ ਪਈ ਹੈ ਖਾਲੀ, ਉਸ ਜਗ੍ਹਾ ਤੇ ਹੀ ਆਂਗਣਵਾੜੀ ਸੈਂਟਰ ਬਣਾਏ ਜਾਣ। ਉੱਥੇ ਬੱਚਿਆਂ ਨੂੰ ਵੀ ਸੇਫ ਹੈ ਜੀ, ਤੇ ਆਂਗਣਵਾੜੀ ਵਰਕਰ ਹੈਲਪਰ ਨੂੰ ਵੀ ਸੇਫ ਹੈ, ਤੇ ਜੋ ਸਾਡੀ ਮੀਟਿੰਗ ਹੁੰਦੀ ਹੈ ਮੀਟਿੰਗ ਵਾਸਤੇ ਸਾਡੀਆਂ 25-30 ਵਰਕਰਾਂ ਨੂੰ ਵੀ ਸੇਫ ਹੈ। ਇਹ ਸਨ ਆਂਗਣਵਾੜੀ ਵਰਕਰ ਜਿਨ੍ਹਾਂ ਨੇ ਦੱਸਿਆ ਹੈ ਕਿ ਇੱਕ ਆਂਗਣਵਾੜੀ ਸੈਂਟਰ ਦੀ ਬਿਲਡਿੰਗ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਉੱਠਿਆ ਹੋਇਆ, ਔਰ ਜੇਕਰ ਇਹਨਾਂ ਦੀ ਗੱਲ ਸੁਣੀ ਜਾਵੇ ਤਾਂ ਇਹ ਗੱਲ ਸੱਚ ਹੈ ਕਿ ਮਾਸੂਮ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਲਈ ਇਹ ਕਿਤੇ ਨਾ ਕਿਤੇ ਫੈਸਲਾ ਸਰਪੰਚ ਨੂੰ, ਹਲਕੇ ਦੇ ਵਿਧਾਇਕ ਨੂੰ, ਔਰ ਖਾਸ ਤੌਰ ਤੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦਾ ਇੱਕ ਲਿੰਕ ਜੁੜਿਆ ਹੋਇਆ CDP ਹੋਵੇ ਜਾਂ ਹੋਰ ਅਧਿਕਾਰੀ ਨੇ, ਉਹਨਾਂ ਨੂੰ ਜ਼ਰੂਰ ਜਿਹੜਾ ਇਸ ਦਾ ਨੋਟਿਸ ਲੈ ਕੇ ਕਿਤੇ ਨਾ ਕਿਤੇ ਬੱਚਿਆਂ ਦੀ ਸੁਰੱਖਿਆ ਵਾਸਤੇ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸੈਂਟਰ ਨੂੰ ਜਿੱਥੇ ਆਂਗਣਵਾੜੀ ਵਰਕਰ ਕਹਿੰਦੇ ਨੇ ਉੱਥੇ ਬਣਾਉਣ ਦੀ ਗੱਲ ਕਰਨੀ ਚਾਹੀਦੀ ਹੈ। ਫਾਜ਼ਿਲਕਾ ਤੋਂ ਠੇਠ ਪੰਜਾਬੀ ਲਈ ਕੈਮਰਾਮੈਨ ਗੁਰਦਿਆਲ ਦੇ ਨਾਲ ਪਰਮਜੀਤ ਟਾਬਾ।